श्री वाहे गुरु साहिब वाहे गुरु गुरु जैसा नहीं को दे जिस मस्तक पाग सोलागा से जिस मस्तक पाग सोलागा से मेरा सदा दयाला मोहे दीन को राख लिया मोहे दीन को राख लिया काटिया रोग महासुख पाया हरे अमृत मुख नाम दिया हम गुरु की महिमा कथन न जाए पार ब्रह्म गुरु रहया समाए तेरे कवन गुण कह कह गावा तू साहिब गुणी निधान तुमरी महिमा वरन न सको तू ठाकुर ऊंच भगवान तू ठाकुर भगवान महिमा कहीं न जाए हम रुलते फिरते कोई बात न पूछता गुर सतगुर संग किरे हम थापे तन तन गुरु नानक जन केरा जित मिलिए चूके सब सोग संतापे धन गुरु नानक एक ओंकार सतनाम करता पुरख निर्भव निर्वैर अकाल मूर्ति अयुनी गुरु प्रसाद जप सच जुगाद सच भी सच सच एक ओंकार सतनाम करता पुरख निर्भव अकाल मूर्त अजूनी सैभं गुर
ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਸਾਰੀ ਹੋਸੀ ਸੰਗਤ ਵੀ ਸਚ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਆਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਕੋਈ ਸੰਕਟ ਬੜੇ ਹੋ ਜਾਣ ਉਹ ਮਹਾ ਸੰਕਟ ਬਣ ਜਾਂਦੇ ਆ ਸੁਖ ਹੋਣ ਵੱਡੇ ਸੁਖ ਮਿਲਣ ਉਹ ਮਹਾ ਸੁਖ ਹੋ ਜਾਂਦੇ ਆ ਰਾਜੇ ਵੱਡੇ ਰਾਜੇ ਬਣ ਜਾਣ ਮਹਾਰਾਜੇ ਬਣ ਜਾਂਦੇ ਆ ਇਹ ਮਹਾ ਸੰਪੜ ਪਾਠ ਦੇ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਭੋਗ ਪਏ ਨੇ ਅਪਰੰਤ ਸ਼ੁਕਰਾਨੇ ਦੇ ਪਾਠ ਹੋਇਆ ਸਮਾਂ ਕੋਈ ਜ਼ਿਆਦਾ ਠੀਕ ਨਹੀਂ ਸੀ ਇਸ ਕਰਕੇ ਗੁਰੂ ਸਾਹਿਬ ਨੇ ਕਿਰਪਾ ਕਰਕੇ ਦੁੱਖ ਦੂਰ ਕਰਨ ਵਾਸਤੇ ਸੰਗਤਾਂ ਦੇ ਦੁੱਖ ਦੂਰ ਕਰਨ ਵਾਸਤੇ ਆਪਣੇ ਸੇਵਕ ਹੀ ਆਪੇ ਰਾਖੇ ਆਪੇ ਨਾਮ ਜਪਾਵੇ ਇਹ ਸੰਗਤਾਂ ਨੇ ਨਾਮ ਜਪਿਆ ਇਹ ਮਹਾਂ ਸੰਪੜ ਪਾਠ ਕੀਤੇ ਆ ਜਿਨ੍ਹਾਂ ਵਿੱਚ ਸੰਪੜ ਸੀ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ
सच जुगाद जुगाद सच है भी सच नानक होसी भी सच गोविंदे मुकंदे उधारे अपारे हरियं करियं नामे अकामी थिर कर्म जन प्यार संतां के कार्य आप खलोया हर कम करावण आया राम तरस सुहावी ताल सुहावा विच अमृत जल छाया राम अमृत जल छाया पूर्ण साज कराया सगल मनोरथ पूरे जय जयकार भयो जग अंतर नाथे सगल विसूरे पूर्ण पुरख अच्युत अविनाशी जस वेद पुरानी गाया अपना बिरद रखिया परमेश्वर नानक नाम त्याया एक ओंकार सतनाम करता पुरख निर्भय सारे बोलो अकाल मूर्त अजूनी सैभं गुर प्रसाद जप आद आदि सच जुगाद सच है भी सच नानक नानक होसी भी सच गोविंदे मुकंदे उधारे अपार हरियं हरियं नामे अकामे संता के कार्य आप खलोय हर काम करावण आया राम तरत सुहावी ताल सुहागा विजय अमृत जल छाया राम अमृत जल छाया पूर्ण साज कराया सगल मनोरथ पूरे जय जयकार पया जग अंतर लाथे सगल विसूरे पूर्ण पुरख अच्युत अविनाशी जस वेद पुरानी गाया अपना बिरद रखिया परमेश्वर नानक नाम त्याया ओं सोहं ओंकार एक ओंकार सतनाम करता पुरख निर्भय निर्वैर अकाल मूर्त अजूनी भंगुर प्रसाद जप आद सच जुगाद सच है भी सच नानक होसी भी सच गोविंदे मुकंदे उधारे अपार हरियं करियं निर्नामे अकामे संता के कार्य आप खलोया हर काम करावण आया राम तरत सुहावी ताल सुहावा विच अमृत जल छाया राम अमृत जल छाया पूर्ण साज कराया सगल मनोरथ पूरे जय जयकार पया जग अंतर लाथे सगल विसूरे पूरन पुरख अच्युत अविनाशी जस वेद पुराणी गाया अपना बिरद रखिया परमेश्वर नानक नाम त्याया सतनाम श्री वाहिगुरू वाहिगुरु इन्ना वड्डा संपड़ सी ਜਿਹੜਾ ਇੱਕ ਸ਼ਬਦ ਦੇ ਪਹਿਲੋਂ ਵੀ ਲੱਗਦਾ ਸੀ ਡਬਲ ਫਿਰ ਵੀ ਡਬਲ ਇਹ ਦੁੱਖਾਂ ਨੂੰ ਦੂਰ ਕਰਨ ਵਾਸਤੇ ਫਿਰ ਧੰਨ ਗੁਰੂ ਰਾਮਦਾਸ ਜੀ ਦੀ ਪਵਿੱਤਰ ਧਰਤੀ ਤੇ ਇਹ ਉਹ ਧਰਤੀ ਹੈ ਧੰਨ ਧੰਨ ਬਣਖੰਡ ਬਿੰਦਰਾ ਬਣਾ ਜੈ ਖੇਲੇ ਸ੍ਰੀ ਨਾਰਾਇਣ ਜਿੱਥੇ ਆਪ ਪਰਮੇਸ਼ਰ ਨੇ ਕੌਤਕ ਕੀਤੀ ਹੈ ਆਪ ਹਰੀ ਨੇ ਲੀਲਾ ਰਚੀ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਇਸ ਪਵਿੱਤਰ ਧਰਤੀ ਤੇ ਅਵਤਾਰ ਧਾਰਿਆ ਗੁਰੂਆਂ ਦੇ ਵਿੱਚੋਂ 6ਵੇਂ ਗੁਰੂ 9ਵੇਂ ਪਾਤਸ਼ਾਹ ਹੋਰ ਕਿਹੜੇ ਦੋਵਾਂ ਨੇ ਧਾਰੇ 6ਵੇਂ ਤੇ 9ਵੇਂ ਨੇ ਉਤਾਰ ਲਿਆ
ਧੰਨ ਧੰਨ ਰਾਮ ਬੇਨ ਵਾਜੇ, ਮਦਰ ਮਦਰ ਧੁਨ ਅਨਹਦ ਗਾਜੇ। ਧੰਨ ਧੰਨ ਮੇਘਾ ਰੁਮਾਵਲੀ, ਧੰਨ ਧੰਨ ਕ੍ਰਿਸ਼ਨ ਉਡੇ ਕਾਂਬਲੀ। ਧੰਨ ਧੰਨ ਤੂੰ ਮਾਤਾ ਦੇਵ ਕੀ, ਜਹ ਗ੍ਰਹਿ ਰਮਈਆ ਕਮਲਾਪਤੀ। ਧੰਨ ਧੰਨ ਬਣਖੰਡ ਬਿੰਦਰਾ ਬਣਾ, ਜਹ ਖੇਲੇ ਸ੍ਰੀ ਨਰਾਇਣਾ। ਬੇਨ ਵਜਾਵੇ ਗੋਧਨ ਚਰੇ, ਨਾਮੇ ਕਾ ਸੁਆਮੀ ਆਨੰਦ ਕਰੇ। ਜਿੱਥੇ ਆਪ ਨਿਰੰਕਾਰ ਅਕਾਲ ਪੁਰਖ ਨੇ ਕੌਤਕ ਕੀਤੇ ਬਚਪਨ ਤੋਂ ਲੈ ਕੇ ਲੀਲਾ ਰਚੀਆਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਧੰਨ ਗੁਰੂ ਨਾਨਕ ਸਾਹਿਬ ਜੀ ਔਰ ਧੰਨ ਗੁਰੂ ਗੋਬਿੰਦ ਸਿੰਘ ਜੀ। ਇਹ ਸੱਚੇ ਪਾਤਸ਼ਾਹ ਦੇ ਤਿੰਨ ਸਰੂਪ ਜਿਹੜੇ ਸੀ, ਇਹਨਾਂ ਨੇ ਜਨਮ ਤੋਂ ਹੀ ਲੀਲਾ ਸ਼ੁਰੂ ਕਰਤੀ ਸੀ। ਜਨਮ ਤੋਂ ਹੀ ਹੈ ਤਾਂ ਦਸਾਂ ਪਾਤਸ਼ਾਹੀਆਂ ਦੇ ਸਰੂਪ ਰਜਾ ਤੇ ਮੌਜ ਦੇ ਹੁੰਦੇ ਨੇ, ਪਰ ਛੇਵੇਂ ਪਾਤਸ਼ਾਹ ਨੇ ਗੁਰੂ ਨਾਨਕ ਸਾਹਿਬ ਨੇ ਬਚਪਨ ਤੋਂ ਹੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਚਪਨ ਤੋਂ ਹੀ ਕੌਤਕ ਕੀਤੇ। ਸੱਪ ਛੱਡਨੇ ਮਹਾਰਾਜ ਦੇ ਉੱਤੇ, ਮਹਾਰਾਜ ਨੇ ਉਹਨੂੰ ਖਤਮ ਕਰ ਦੇਣਾ। ਦਾਈ ਨੂੰ ਜ਼ਹਿਰ ਲਾ ਕੇ ਦੁੱਧ ਪਿਉਣ ਭੇਜਣਾ, ਉਹਦੀ ਕਲਿਆਣ ਕਰ ਦੇਣੀ। ਬ੍ਰਾਹਮਣ ਨੇ ਜ਼ਹਿਰ ਦੇਣਾ ਮਹਾਰਾਜ ਨੂੰ, ਉਸ ਬ੍ਰਾਹਮਣ ਦਾ ਹੀ ਅੰਤ ਹੋ ਜਾਣਾ। ਇਹ ਗੁਰੂ ਛੇਵੇਂ ਪਾਤਸ਼ਾਹ ਦੇ ਬਚਪਨ ਦੀ ਕੌਤਕ ਨਹੀਂ। ਮਹਾਸ਼ਕਤੀ ਵਾਲੀ ਇਹ ਜਗ੍ਹਾ, ਜਿਹਨੂੰ ਗੁਰਬਾਣੀ 'ਚ ਕਿਹਾ, ਡਿੱਠੇ ਸਭੇ ਥਾਮ ਨਹੀਂ ਤੁਧ ਜਿਆ, ਬਦਹੁ ਪੁਰਖ ਵਿਦਾਤੇ ਤਾਂ ਤੂੰ ਸੋਹਿਆ। ਵਸਦੀ ਸਗੜੇ ਅਪਾਰ ਨੂਪ ਰਾਮਦਾਸਪੁਰ, ਹਰ ਹਰ ਨਾਨਕ ਕਸਮਲ ਜਾਈਏ ਨਾਈਏ ਰਾਮਦਾਸ ਸਰ। ਬੰਦੇ ਦੇ ਪੁੰਨਾਂ ਪਾਪਾਂ ਦੀ ਤੈਅ ਆਉਂਦੀ ਹੈ, ਦੁੱਖ ਸੁੱਖ ਸਰੀਰਾਂ 'ਤੇ ਆਉਂਦੇ ਆ। ਜਿਹੜੇ ਗੁਰੂਆਂ ਪੀਰਾਂ ਮਹਾਂਪੁਰਖਾਂ ਦੇ ਹੁਕਮ ਦੇ ਨਾਲ ਸੇਵਾ ਕਮਾਉਂਦੇ ਆ, ਉਹ ਸੇਵਾ ਦਾ ਵਾਧਾ ਫਲ ਹੁੰਦਾ ਹੈ, ਉਹ ਸੇਵਾ ਥਾਂ ਹੀ ਪੈਂਦੀ। ਬਾਬਾ ਆਨੰਦ ਸਿੰਘ ਜੀ ਮਹਾਰਾਜ ਨੂੰ ਕੀਰਤਨ ਸੁਣਾਉਣ ਵਾਲੇ ਕੀਰਤਨੀਏ ਭਾਈ ਸੰਤਾ ਸਿੰਘ ਤੇ ਕਰਮਾਂ ਦੀ ਔਖੀ ਘੜੀ ਆ ਗਈ, ਬੜਾ ਸੰਕਟ ਆ ਗਿਆ। ਉਹ ਸੰਕਟ ਵਿੱਚ ਉਹ ਬਾਬਾ ਜੀ ਦੇ ਬਚਨਾਂ ਦੀ ਸੰਭਾਲ ਨਾ ਕਰ ਸਕਿਆ ਕਿ ਸੰਕਟ ਚਲੇ ਜਾਣ। ਮਹਾਂਪੁਰਖਾਂ ਦੇ ਕੋਲ ਰਹੀਏ ਤੇ ਬਚਨ ਮੰਨੀਏ ਤੇ ਦੁੱਖ ਦਲਿੱਦਰ ਖਤਮ ਹੋ ਜਾਂਦੇ ਆ, ਪਰ ਜਦੋਂ ਕਰਮ ਨਾਲ ਸਾਥ ਦੇਣ ਫਿਰ ਕੋਈ ਨਹੀਂ ਹੁੰਦਾ। ਬਾਬਾ ਜੀ ਨੇ ਕਈ ਮੌਕੇ ਦਿੱਤੇ। ਬਾਬਾ ਜੀ ਨੇ ਕਿਹਾ, ਭਾਈ ਹੁਣ ਇੱਕੋ ਹੀ ਥਾਂ ਰਹਿ ਗਿਆ, ਜਿਹੜੇ ਤੇਰੇ ਦੁੱਖ ਤਕਲੀਫ ਕਰਮਾਂ ਦੇ ਆ, ਜਿਹੜੇ ਤੇਰੇ ਇਸ ਭਗਤੀ ਦੇ ਜਨਮ ਦਾ ਨੁਕਸਾਨ ਕਰ ਰਹੇ ਨੇ, ਉਹ ਤਾਂ ਹੀ ਦੂਰ ਹੋ ਸਕਦੇ ਆ ਜੇ ਤੂੰ ਨੰਗੇ ਪੈਰੀ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਚੱਲ ਕੇ ਜਾਵੇਂ। ਉੱਥੇ ਜਾ ਕੇ ਕੀਰਤਨੀਆਂ ਬਾਬਾ ਜੀ ਦਾ ਦੁੱਖ ਸੁੱਖ ਕਰਮਾਂ ਦੇ, ਬੜੇ ਬੜੇ ਭਿਆਨਕ ਦੁੱਖ ਸਰੀਰਾਂ ਦੇ ਭੁਗਤਾਨ ਭੁਗਤਣੇ ਪੈ ਜਾਂਦੇ ਆ। ਬਾਬਾ ਜੀ ਦੇ ਬਚਨਾਂ ਦੀ ਸੰਭਾਲ ਨਾ ਹੋਈ। ਬਾਬਾ ਜੀ ਨੇ ਕਿਹਾ, ਹੁਣ ਤੇਰਾ ਕੋਈ ਥਾਂ ਨਹੀਂ ਰਹਿ ਗਿਆ। ਇੱਕੋ ਹੀ ਆਖਰੀ ਚਾਂਸ ਹੈ ਕਿ ਨੰਗੇ ਪੈਰੀ ਅੰਮ੍ਰਿਤਸਰ ਸਾਹਿਬ ਚੱਲ ਕੇ ਜਾ। ਉੱਥੇ ਜਾ ਕੇ ਕੀਰਤਨੀਆਂ ਨਾ ਬਣ ਕੇ ਰਵੀਂ। ਉੱਥੇ ਜਾ ਕੇ ਸਾਰਿਆਂ ਸੇਵਾਦਾਰਾਂ ਤੋਂ ਨੀਚ ਸੇਵਾਦਾਰ, ਨੀਵਾਂ ਸੇਵਾਦਾਰ ਬਣੀ। ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ। ਗਲ ਵਿੱਚ ਪਾ ਲਵੀ ਟਿੰਡ, ਹੱਥ 'ਚ ਲੈ ਲਈ ਰੰਬੀ। ਤੇ ਉਸ ਸਮੇਂ ਕਬੂਤਰ ਬਿੱਠਾ ਬੁੱਠਾ ਬਹੁਤ ਕਰਦੇ ਸੀ। ਸਾਰੇ ਹਰਿਮੰਦਰ ਸਾਹਿਬ ਪਰਿਕਰਮਾ ਦੀ ਸਫਾਈ ਕਰਨੀ ਹੈ, ਕਬੂਤਰਾਂ ਦੀਆਂ ਬਿੱਠਾਂ ਚੱਕ ਕੇ ਟਿੰਡ 'ਚ ਪਾਈ ਆਉਣੀਆਂ, ਬਾਹਰ ਸਿੱਟ ਦੇਣੀਆਂ।
ਲੰਗਰ ਪਾਣੀ ਪ੍ਰਕਰਮਾਂ 'ਚ ਹੀ ਲੰਗਰ 'ਚ ਛਕ ਕੇ ਆ ਜਾਣਾ ਹੈ, ਪ੍ਰਕਰਮਾਂ 'ਚ ਰਹਿਣਾ, ਕਿਸੇ ਤੋਂ ਮੱਥੇ ਨਹੀਂ ਟਿਕਾਉਣੇ, ਕਿਸੇ ਨੂੰ ਆਪਦੀ ਹਜ਼ੂਰੀ ਬਿਠਾ ਕੇ ਕੋਈ ਉਪਦੇਸ਼ ਨਹੀਂ ਦੇਣਾ, ਸੇਵਾ ਕਰਨੀ ਹੈ, ਇਕਾਂਤ ਬਹਿ ਕੇ ਭਗਤੀ ਕਰਨੀ, ਕਿਸੇ ਦੇ ਘਰ ਨਹੀਂ ਰਹਿਣਾ, ਕਿਸੇ ਦੇ ਘਰ ਨਹੀਂ ਰਹਿਣਾ, ਕੋਈ ਸਤਿਕਾਰ ਨਹੀਂ ਕਰਾਉਣਾ, ਕਬੂਤਰਾਂ ਦੀਆਂ ਬਿੱਠਾ ਚੱਕ ਕੇ ਟਿੰਡ 'ਚ ਪਾ ਕੇ ਬਾਹਰ ਸਿੱਟ ਦੇਣੀਆਂ ਤੇ ਸਿਮਰਨ ਕਰਦੇ ਰਹਿਣਾ ਹੈ। ਆਖੋ ਸ੍ਰੀ ਵਾਹਿਗੁਰੂ। ਸਾਡੇ ਕੋਲ ਸਭ ਤੋਂ ਵੱਡਾ ਜਿਹੜਾ ਮੰਤਰ ਹੈ ਉਹ ਗੁਰੂ ਦਾ ਮੰਤਰ ਹੈ, ਜਿਹੜਾ ਰਸਨਾ ਦੇ ਨਾਲ ਸਿਮਰਦਾ ਰਹੇ, ਕੋਈ ਇਹਨੂੰ ਦੁੱਖ ਪਏ ਤਕਲੀਫ ਨਹੀਂ ਵਿਆਪ ਸਕਦੀ, ਜਿਹੜਾ ਮੰਤਰ ਦਾ ਰਟਨ ਕਰਦਾ ਰਹਿੰਦਾ, ਸਿਮਰਦਾ ਰਹਿੰਦਾ। ਇਹ ਤੇਰੀ 40 ਦਿਨਾਂ ਦੀ ਸੇਵਾ ਹੈ। ਜੇ 40 ਦਿਨਾਂ ਦੇ ਵਿੱਚ ਤੂੰ ਇਹ ਬਚਨ ਨਾ ਪਾਲ ਸਕਿਆ, ਟਿੰਡ ਗਲ ਵਿੱਚ ਪਾ ਕੇ ਰੱਖਣੀ ਹੈ, ਵਿਠਾ ਪਾਉਣੀ ਹੈ, ਸਿੱਟ ਆਉਣੀ ਹੈ, ਕਿਸੇ ਦੇ ਘਰ ਨਹੀਂ ਰਹਿਣਾ, ਮੱਥੇ ਨਹੀਂ ਟਿਕਾਉਣੇ, ਸਤਿਕਾਰ ਨਹੀਂ ਕਰਾਉਣਾ, ਸੇਵਾ ਕਰਨੀ ਹੈ। ਜੇ ਇਹਨਾਂ ਬਚਨਾਂ ਦੀ ਤੂੰ ਸੰਭਾਲ ਨਾ ਕਰ ਸਕਿਆ ਤੇ ਇਹ ਜਨਮ 'ਚ ਫਿਰ ਤੇਰਾ ਸਮਾਂ ਨਹੀਂ, ਫਿਰ ਅਗਲੇ ਜਨਮ 'ਚ ਆਖੋ ਸ੍ਰੀ। ਜੇ ਤੂੰ ਇਹ 40 ਦਿਨ ਦੀ ਸੰਭਾਲ ਕਰ ਲਵੇਂ, ਆਖਰੀ ਥਾਂ ਰਹਿ ਗਿਆ ਤੇਰਾ। ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਜਾ ਕੇ ਸੇਵਾ ਕਰ, ਕਬੂਤਰਾਂ ਦੀਆਂ ਬਿੱਠਾ ਚੱਕ ਤੇ ਬਾਹਰ ਸਿੱਟ, ਹਰ ਵੇਲੇ ਸਿਮਰਨ ਕਰ, ਕਿਸੇ ਦੇ ਘਰੇ ਨਹੀਂ ਜਾਣਾ, ਕੋਈ ਪ੍ਰਭਤਾ ਤੇ ਸਤਿਕਾਰ ਵਿੱਚ ਨਹੀਂ ਰਹਿਣਾ, ਗਰੀਬ ਬਣ ਕੇ ਰਹਿਣਾ ਹੈ। 40 ਦਿਨਾਂ 'ਚ ਮਹਾਰਾਜ ਜਨਮਾਂ ਜਨਮਾਂ ਦੀ ਤੇਰੇ ਕਸ਼ਟ ਨਿਵਾਰ ਦੇਣਗੇ। ਜਨਮ ਜਨਮ ਕਾ ਦੁਖ ਨਿਵਾਰੇ, ਸੂਖਾ ਮਨ ਸਦਾਰੇ, ਦਰਸ਼ਨ ਭੇੜਤ ਹੋਤ ਨਿਹਾਲਾ, ਹਰ ਕਾ ਨਾਮ ਵਿਚਾਰੇ। ਮੇਰਾ ਬੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੇ, ਕਾਟੇ ਜਮ ਕੇ ਫੰਦਾ, ਸਮਰੱਥ ਪੁਰਖ ਪੂਰਨ ਵਿਧਾਤੇ, ਆਪੇ ਕਰਨੇ ਹਾਰਾ। ਆਪਣਾ ਦਾਸ ਹਰ ਆਪ ਉਭਾਰਿਆ, ਨਾਨਕ ਨਾਮ ਦਾਰਾ। ਇਹ ਸੇਵਾ ਹੈ। ਪਰ ਸੰਤਾ ਸਿੰਘ ਇਸ ਸੇਵਾ 'ਤੇ ਨਾ ਨਿਭ ਸਕਿਆ। ਵਿਘਨ ਪੈਣ ਦਾ ਕਾਰਨ ਕਿ ਕੁਝ ਲੋਕਾਂ ਨੇ ਆਖਿਆ ਤੂੰ ਬਾਬਾ ਜੀ ਦਾ ਕੀਰਤਨੀਆ ਹੈ, ਤੇਰੇ ਗਲ 'ਚ ਟਿੰਡਾਂ ਨਹੀਂ ਸੋਭਦੀਆਂ, ਜਿਵੇਂ ਘੋੜੇ ਦੇ ਗਲ 'ਚ ਤੋਬਰਾ ਪਾਇਆ ਹੁੰਦਾ ਹੈ ਖਾਣ ਵਾਸਤੇ, ਇਹ ਨਹੀਂ ਚੰਗਾ ਲੱਗਦਾ। ਤੂੰ ਪ੍ਰਕਰਮਾਂ 'ਚ ਕਿਉਂ ਸੁਣਨਾ? ਸਾਡਾ ਘਰ ਨਹੀਂ ਆਉਣਾ ਤੇ ਦੁਕਾਨ 'ਚ ਹੀ ਰਹਿ ਪਓ। ਬਹਿ ਕੇ ਸੰਗਤਾਂ ਨੇ ਵਡਿਆਈ ਕਰਨ ਲੱਗ ਪੈਣੀ, ਬਾਬਾ ਜੀ ਦਾ ਬੜਾ ਕੀਰਤਨੀਆ ਹੈ, ਉਹ ਬੜੀ ਸੇਵਾ ਕਰ ਰਿਹਾ। ਇਹ ਗੱਲਾਂ ਉਹਨੂੰ ਲੈ ਕੇ ਰਹਿ ਗਈਆਂ, ਸੇਵਾ 'ਚ ਪੈ ਗਈ ਭੰਗਣਾ, ਫਿਰ ਬਾਬਾ ਜੀ ਦੇ ਨਾਲ ਉਹਦਾ ਮੇਲ ਨਹੀਂ ਹੋ ਸਕਿਆ। ਆਖੋ ਸ੍ਰੀ ਵਾਹਿਗੁਰੂ। ਫਿਰ ਇਹ ਜਨਮ ਤੋਂ ਅਗਲੇ ਜਨਮ ਤਰੀਕਾ ਪੈ ਗਿਆ। ਬਾਬਾ ਜੀ ਨੇ ਕਿਹਾ ਸੀ ਤੇਰਾ ਆਖਰੀ ਚਾਂਸ ਸੀ। ਧੰਨ ਗੁਰੂ ਰਾਮਦਾਸ ਦੇ ਚਰਨਾਂ ਦੇ ਵਿੱਚ ਨਿਮਾਣਾ ਬਣ ਕੇ, ਗਰੀਬ ਬਣ ਕੇ, ਜਿੱਥੇ ਬਾਬਾ ਸ਼ਾਮ ਸਿੰਘ ਜੀ ਸਤਿਕਾਰਯੋਗ ਧੂੜ ਬਣ ਕੇ ਰਹੇ, ਜਿਸ ਸਥਾਨ 'ਤੇ ਬਾਬਾ ਸ਼ਾਮ ਸਿੰਘ ਜੀ, ਬਾਬਾ ਨੰਦ ਸਿੰਘ ਜੀ, ਬਾਬਾ ਅਤਰ ਸਿੰਘ ਜੀ ਗਰੀਬ ਬਣ ਕੇ ਆਉਂਦੇ ਆ, ਭਿਖਾਰੀ ਬਣ ਕੇ ਆਉਂਦੇ ਆ। ਜਿਹੜਾ ਨਿਮਾਣਿਆਂ ਦਾ ਘਰ ਹੈ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਏ ਚੂਕੇ ਸਭ ਸੋਗ ਸੰਤਾਪੇ। ਹਰ ਹਾਂ ਨਾਨਕ ਕਸਮਲ ਜਾਈਏ, ਨਾਈਏ ਰਾਮਦਾਸ ਸਰ। ਇੱਥੇ ਮਹਾਂ ਸੰਪੜ ਪਾਠ ਹੋਏ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਬਾਬਾ ਜੀ ਦੇ ਵੱਲੋਂ ਬਣੀ ਹੋਈ ਸਰਾਂ ਦੇ ਵਿੱਚ, ਲੰਗਰ ਵਿੱਚ
ਗੁਰਮੁਖਾਂ ਨੇ ਰਲ ਕੇ ਪਾਠ ਕੀਤੇ ਆ। ਬਾਬਾ ਕੁੰਦਨ ਸਿੰਘ ਮਹਾਰਾਜ ਦੇ ਜਨਮ ਸਥਾਨ 'ਤੇ ਵੀ ਮਹਾਸੰਪੜ ਪਾਠ ਹੋਏ, ਚੱਬਾ ਨਗਰ ਵੀ ਹੋਏ ਨੇ। ਸੰਸਾਰ ਵਿੱਚ ਜਿਹੜੇ ਮੁਸ਼ਕਲਾਂ ਤੇ ਦੁੱਖ ਸੀ, ਜਿਹੜੇ ਸਮੇਂ ਦੁਬਾਰਾ ਨਹੀਂ ਦਿਸ ਰਹੇ ਸਨ, ਉਹ ਸ਼ੁੱਧ ਹੋ ਗਏ। ਥੰਮੇ ਕੋਈ ਨਾ ਸਾਧ ਬਿਨ, ਸਾਧ ਨਾ ਦਿਸੇ ਜਗ ਵਿੱਚ ਕੋਆ। ਬਾਬਾ ਕੁੰਦਨ ਸਿੰਘ ਜੀ ਮਹਾਰਾਜ ਦੇ ਸਮੇਂ ਬੜੀ ਭਿਆਨਕ ਅੱਗ ਵਰਨ ਲੱਗ ਪਈ। ਉੱਚੇ ਚੜ੍ਹ ਕੇ ਦੇਖਿਆ ਤੇ ਘਰ ਘਰ ਇਹ ਅੱਗ। ਕਬੀਰ ਕਲਯੁਗ ਆ ਗਿਆ, ਝੜ ਝੜ ਪੈ ਨੰਗਿਆਰ। ਘਰ ਘਰ ਦੇ ਵਿੱਚ ਅੱਗ ਵੜ ਪਈ। ਲੜਾਈਆਂ ਝਗੜੇ ਕਲੇਸ਼ ਸਰਕਾਰ ਦੇ ਵਿੱਚ, ਤੇ ਬਹੁਤ ਕੰਮ ਗਰਮ ਹੋ ਗਿਆ। ਮਹਾਂਪੁਰਖ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਉਸ ਸਮੇਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦਿਨ ਰਾਤ ਸੇਵਾ ਨਿਭਾ ਰਹੇ ਸੀ। ਸਭ ਦੇ ਦੇਖਦਿਆਂ ਬਾਬਾ ਕੁੰਦਨ ਸਿੰਘ ਜੀ ਨੇ ਪੂਰਾ ਭਾਰ ਆਪਣੇ ਤੇ ਚੱਕ ਲਿਆ। ਆਖੋ ਸ੍ਰੀ ਵਾਹਿਗੁਰੂ। ਜਿਹੜੇ ਕਹਿੰਦੇ ਸੀ ਕਿ ਇੰਨੇ ਸਮਾਂ ਠੀਕ ਨਹੀਂ ਆਏਗਾ, ਹੁਣ ਜਿਹੜੀ ਇੰਨੀ ਅੱਗ ਇੰਨੇ ਭਾਂਬੜ ਮਚ ਗਏ ਆ ਮਨਾਂ ਦੇ ਵਿੱਚ, ਇਹ ਠੀਕ ਨਹੀਂ ਹੋਣ ਲੱਗੇ। ਬੜੇ ਲਟੇਰੇ ਸ਼ੁਰੂ ਹੋ ਜਾਣਗੇ, ਲੁੱਟਾ ਖੋਆ ਸ਼ੁਰੂ ਹੋ ਜਾਣਗੀਆਂ, ਮਾਰ ਧਾੜ ਸ਼ੁਰੂ ਹੋ ਜਾਏਗੀ, ਦੁਸ਼ਮਣੀਆਂ ਕੱਢਣ ਲੱਗ ਪਏ। ਕੰਮ ਇੱਕ ਧਰਮ ਦਾ ਸੀ, ਯੁੱਧ ਇੱਕ ਧਰਮ ਦਾ ਸੀ, ਪਰ ਕਲਯੁਗ ਜਿਹੜਾ ਇਹ ਛੱਡਦਾ ਨਹੀਂ, ਇਹ ਕਿਸੇ ਹੋਰ ਪਾਸੇ ਨੂੰ ਲੈ ਜਾਂਦਾ ਹੈ। ਜਿਹੜੇ ਸੱਚੇ ਸੁੱਚੇ ਪਵਿੱਤਰ ਰੂਹਾਂ ਹੁੰਦੀਆਂ ਉਹ ਆਪਣਾ ਨਿਭਾ ਜਾਂਦੀਆਂ। ਮਾਹੌਲ ਠੀਕ ਨਹੀਂ ਹੁੰਦਾ ਦਿਸ ਰਿਹਾ ਸੀ। ਪੁਲਿਸ ਨੇ ਬਹੁਤ ਜ਼ਿਆਦਾ ਅਤਿਆਚਾਰ ਸ਼ੁਰੂ ਕਰਤਾ, ਐਡਾ ਵੱਡਾ ਕਿ ਧੰਨ ਗੁਰੂ ਰਾਮਦਾਸ ਜੀ ਨੇ ਆਪਣੇ ਉੱਤੇ ਭਾਰ ਚੱਕਿਆ। ਉਹਨਾਂ ਸਮਿਆਂ 'ਚ ਕਿੰਨਾ ਕੁਝ ਹੋਇਆ। ਸਾਧ ਸੰਗਤ ਜੀ, ਫਿਰ ਉਸ ਤੋਂ ਵਧੀਆ ਮਾਹੌਲ ਆ ਗਿਆ। ਆਖੋ ਸੀ ਸਭ ਖਤਮ ਹੋ ਗਏ। ਜਦੋਂ ਕੋਈ ਮਹਾਂਪੁਰਸ਼ ਨਾਮ ਜਪਣ ਜਪਾਉਣ, ਗੁਰੂ ਮਹਾਰਾਜ ਕੌਤਕ ਵਰਤਾਉਣ, ਤੇ ਸੰਸਾਰ ਨੂੰ ਸੁੱਖ ਮਿਲਦਾ ਹੈ। ਆਖੋ ਸ੍ਰੀ ਵਾਹਿਗੁਰੂ। ਸਾਰਿਆਂ ਮਹਾਂਪੁਰਸ਼ਾਂ ਨੇ ਨਿਤਨੇਮ ਸਿਮਰਨ ਸ਼ੁਰੂ ਕਰਤੇ, ਅਰਦਾਸਾਂ ਸ਼ੁਰੂ ਹੋਈਆਂ, ਕੀਰਤਨ ਸ਼ੁਰੂ ਹੋਏ ਘਰ ਘਰ। ਜਦੋਂ ਗੁਰੂ ਰਾਮਦਾਸ ਦੇ ਦਰਬਾਰ ਦੀ ਬੇਅਦਬੀ ਹੋਈ, ਹਰ ਇੱਕ ਦਾ ਮਨ ਦੁਖਿਆ। ਹਰ ਇੱਕ ਨੇ ਅਰਦਾਸਾਂ ਕੀਤੀਆਂ, ਸਿਮਰਨ ਕੀਤਾ, ਨਿਤਨੇਮ ਕੀਤਾ, ਬਾਣੀ ਪੜ੍ਹੀ, ਗੁਰੂ ਦੀ ਓਟ ਲਈ। ਗੁਰੂ ਸਾਹਿਬ ਨੇ ਫਿਰ ਸੁੱਖ ਵਰਤਾ ਦਿੱਤਾ। ਆਖੋ ਸ੍ਰੀ ਵਾਹਿਗੁਰੂ। ਇਹੀ ਸਾਡੇ ਕੋਲ ਪਾਈ। ਜੇ ਕੋਈ ਦੁੱਖ ਤਕਲੀਫ ਆਵੇ, ਸਾਨੂੰ ਗੁਰੂ ਸਾਹਿਬ ਨੇ ਸਮਤ ਬਖਸ਼ੀ ਹੋਈ ਹੈ ਕਿ ਭਾਈ ਜੇ ਕੋਈ ਔਖਾ ਸਮਾਂ, ਕੋਈ ਮੁਸ਼ਕਲ, ਕੋਈ ਦੁੱਖ ਮੁਸੀਬਤ ਬਣਦੀ ਏ, ਉਸ ਸਮੇਂ ਗੁਰੂ ਦੀ ਓਟ ਲਵੋ, ਨਾਮ ਜਪੋ। ਜਿੰਨਾ ਨਾਮ ਜਪੋਗੇ, ਭਜ ਸਿਮਰਨ ਕਰੋਗੇ, ਉਨੀ ਗੁਰੂ ਸਾਹਿਬ ਜੀ ਆਪਣੀ ਮਿਹਰ ਕਿਰਪਾ ਵਰਤਾਉਣਗੇ। ਇੱਕ ਵਾਰੀ ਫਿਰ ਜਾਪ ਕਰ ਲਓ ਮੂਲ ਮੰਤਰ ਦਾ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ
ਹੈ ਭੀ ਸਚ, ਨਾਨਕ ਹੋਸੀ ਭੀ ਸਚ। ਮੁਸ਼ਕਲਾਂ ਸਭ ਤੇ ਆਈਆਂ, ਸਾਡੇ ਤੇ ਵੀ ਆਈਆਂ, ਭਾਜੀ ਵੀ ਸਨ, ਭਾਈ ਨਾਲ ਜਥੇ ਵਾਲੇ ਜਿੰਨੇ ਗੁਰਮੁਖ ਪਿਆਰੇ, ਜਿੰਨੇ ਆਪਣੇ ਸੰਗੀ, ਸਭ ਤੇ ਆਈਆਂ ਔਖੀਆਂ ਘੜੀਆਂ। ਗੁਰੂ ਸਾਹਿਬ ਨੇ ਕੱਟੀਆਂ ਵਿੱਚ ਬੈਠ ਕੇ, ਆਖੋ ਸ੍ਰੀ ਵਾਹਿਗੁਰੂ। ਸਤਿਗੁਰੂ ਸਹਾਈ ਹੋ ਕੇ ਇਹ ਸਾਡੇ ਦੁੱਖ ਤਕਲੀਫ ਕਸ਼ਟ ਦੂਰ ਕੀਤੇ ਆ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ, ਸਗਲ ਮਨੋਰਥ ਪੂਰੇ। ਜੈ ਜੈਕਾਰ ਪਏ ਹੋ ਜਗੇ ਅੰਤਰ। ਪੜੋ ਸਾਰੀ। ਲਾਥੇ ਸਗਲ ਪੂਰਨ ਪੁਰਖ ਅਜੁਧ ਅਬਨਾਸੀ, ਜਸ ਪੁਰਾਣੀ ਕਾਇਆ, ਆਪਣਾ ਬਿਰਦ ਰਖਿਆ ਪਰਮੇਸ਼ਰ। ਨਾਨਕ ਨਾਮ ਧਿਆਇਆ, ਜਦੋਂ ਨਾਨਕ ਨਾਮ ਧਿਆਇਆ, ਉਦੋਂ ਫਿਰ ਆਪਣਾ ਬਿਰਦ ਰੱਖਿਆ ਪਰਮੇਸ਼ਰ। ਇਹ ਨਾਮ ਹੀ ਸਭ ਤੋਂ ਵੱਡੀ ਸ਼ਕਤੀ ਹੈ। ਐਸੇ ਸਮਿਆਂ ਵਿੱਚ ਅਸੀਂ ਗੁਰੂ ਦੀ ਓਟ ਲੈ ਕੇ ਨਾਮ ਜਪ ਕੇ ਪਾਰ ਹੋ ਸਕਦੇ ਹਾਂ, ਗੁਰੂ ਸਾਹਿਬ ਦੀ ਕਿਰਪਾ ਦੇ ਨਾਲ। ਪਾਠੀ ਸਿੰਘਾਂ ਦੀ ਬਹੁਤ ਬਹੁਤ ਧੰਨਵਾਦ ਹੈ, ਜਿਨ੍ਹਾਂ ਨੇ ਸਮਾਂ ਕੱਢ ਕੇ ਅੰਦਰ ਰਹਿ ਕੇ ਪਾਠ ਕੀਤੇ ਨੇ, ਜਿਨ੍ਹਾਂ ਗੁਰਮੁਖਾਂ ਪਿਆਰਿਆਂ ਨੇ ਅੰਦਰ ਬਾਹਰ ਸੇਵਾ ਨਿਭਾਈਆਂ ਨੇ। ਅੱਜ ਰਹਿਣ ਸਬਾਈ ਦੇ ਵਿੱਚ ਕੀਰਤਨ ਦੁਆਰਾ, ਰੋਜ਼ਾਨਾ ਕੀਰਤਨ ਦੇ ਵਿੱਚ ਗੁਰਮੁਖ ਹਾਜ਼ਰੀਆਂ ਭਰਦੇ ਰਹੇ ਨੇ। ਸਭ ਦਾ ਬਹੁਤ ਬਹੁਤ ਬਾਬਾ ਜੀ ਕਿਰਪਾ ਕਰਨ, ਸਭ ਨੂੰ ਆਪਣੇ ਦਰੋਂ ਘਰੋਂ ਖੁਸ਼ੀਆਂ ਬਖਸ਼ਣ, ਸਭ ਦੀ ਸੇਵਾ ਥਾਂ ਪਾਉਣ। ਅਜੇ ਵੀ ਬਹੁਤ ਜਗ੍ਹਾ 'ਤੇ ਮਹਾਂ ਸੰਪੜ ਪਾਠ ਚੱਲ ਰਹੇ ਨੇ, ਸੰਗਤਾਂ ਕਰ ਰਹੀਆਂ। ਬਾਬਾ ਜੀ ਨੇ ਆਪ ਸਿਰ 'ਤੇ ਹੱਥ ਰੱਖ ਕੇ ਇਹ ਸੇਵਾ ਲੈਣੀ ਹੈ। ਜਿਨ੍ਹਾਂ ਦੀਆਂ ਧੁਰੋਂ ਦਰਗਾਹੋਂ ਡਿਊਟੀਆਂ ਹੁੰਦੀਆਂ ਮਹਾਂਪੁਰਖਾਂ ਦੀਆਂ, ਸ਼ਹੀਦ ਸਿੰਘਾਂ ਦੀਆਂ, ਇਹ ਸਾਰੇ ਆਪੋ ਆਪਣੀ ਸੇਵਾ ਨਿਭਾਉਂਦੇ ਨੇ। ਗੁਰੂ ਪੀਰ ਮਹਾਂਪੁਰਖ ਸੰਗਤਾਂ ਦੇ ਵਿੱਚ ਵਰਤ ਕੇ ਸੇਵਾ ਲੈਂਦੇ ਆ। ਅਤੇ ਗੁਰੂ ਸਾਹਿਬ ਕਿਰਪਾ ਕਰਨ, ਸਾਡੇ ਸਿਰ 'ਤੇ ਮੇਰਾ ਭਰਿਆ ਹੱਥ ਰੱਖ ਕੇ, ਇਹ ਗੁਰੂ ਘਰ ਦੀ ਸੇਵਾ ਕੋਈ ਛੋਟੀ ਚੀਜ਼ ਨਹੀਂ, ਇਹ ਬਹੁਤ ਵੱਡੀ ਚੀਜ਼ ਹੈ। ਨਾਮ ਜਪਣਾ, ਗੁਰੂ ਦੀ ਓਟ ਲੈਣੀ, ਸਿਮਰਨ ਕਰਨਾ। ਜਿਵੇਂ ਬਾਬਾ ਜੀ ਨੇ ਕਿਹਾ ਸੀ ਕਿ ਨੀਵਾਂ ਹੋ ਕੇ ਸੰਤਾ ਸਿੰਘ ਜਾਵੀਂ, ਨੀਵਾਂ ਹੋ ਕੇ ਸੇਵਾ ਕਰੀ, ਨੀਵਾਂ ਹੋ ਨਿਮਾਣਾ ਹੋ ਕੇ ਰਹੀਂ। ਤੇਰੇ 40 ਦਿਨਾਂ 'ਚ ਜਨਮਾਂ ਜਨਮਾਂ ਦੇ ਕਸ਼ਟ ਕੱਟੇ ਜਾਣਗੇ। ਜੇ ਤੂੰ ਇਹ ਸੇਵਾ ਨਿਭਾ ਨਾ ਸਕਿਆ ਤੇ ਫਿਰ ਅਗਲੇ ਜਨਮ 'ਤੇ ਗੱਲ ਪੈ ਜਾਏਗੀ। ਜਿੰਨੀ ਔਖੀ ਵੱਡੀ ਸੇਵਾ ਹੁੰਦੀ, ਉਨੀਆਂ ਵਿੱਚ ਮੁਸ਼ਕਲਾਂ ਵੀ ਆਉਂਦੀਆਂ। ਪਰ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ, ਗੁਰੂ ਸਾਹਿਬ ਦੀ ਓਟ ਲੈ ਕੇ, ਇਹਨਾਂ ਮੁਸ਼ਕਲਾਂ ਦੁੱਖਾਂ 'ਚੋਂ ਨਿਕਲ ਕੇ ਆਪਾਂ ਸੇਵਾ ਨਿਭਾਉਣੀ ਹੈ। ਨਾਮ ਜਪਣਾ ਹੈ। ਬਾਬਾ ਜੀ ਦੇ ਕੋਲ ਇੱਕ ਛੋਟਾ ਜਿਹਾ ਬੱਚਾ ਆਇਆ, ਉਹਨੇ ਬੜੀ ਜੋੜੀ ਵਜਾਈ। ਬਾਬਾ ਜੀ ਨੇ ਨਾਮ ਤੇ ਪਿੰਡ ਪੁੱਛਿਆ, ਉਹਨੇ ਕਿਹਾ ਕੇਰ ਸਿੰਘ ਪਿੰਡ ਮੇਰਾ ਬੁੱਟਰ ਹੈ। ਬਾਬਾ ਜੀ ਦਾ ਮਨ ਆ ਗਿਆ, ਇਸ ਬੱਚੇ ਨੂੰ ਅਸੀਂ ਆਪਦੇ ਕੋਲ ਰੱਖ ਲਈਏ, ਇਹ ਬੜਾ ਗੁਣੀ ਹੈ। ਪਰ ਉਹਦੇ ਅੰਦਰ ਲੋਭ ਲਾਲਚ ਸੀ ਕਿ ਮੈਂ ਇੰਨਾ ਗੁਣ ਸਿੱਖਿਆ, ਮੈਂ ਵਿਦਿਆਲਾ ਬਣਾਵਾਂ, ਕਮਾਈ ਕਰਾਂ, ਘਰ ਦੀ ਗਰੀਬੀ ਦੂਰ ਕਰਾਂ। ਉਹ ਬਾਬਾ ਜੀ ਕੋਲ ਨਾ ਰਿਹਾ। ਫਿਰ ਕਿਤੇ ਸਮੇਂ ਨਾਲ ਬਾਬਾ ਜੀ ਦੇ ਕੋਲ ਆਇਆ ਤੇ ਕਿਤੇ ਮਹਾਂਪੁਰਖਾਂ ਨੇ ਸੱਦਿਆ ਦੀਵਾਨ 'ਤੇ, ਤਬਲੇ 'ਤੇ ਕੇਰ ਸਿੰਘ ਗਿਆ। ਰੰਗ ਬੜਾ ਬਣਿਆ ਉੱਥੇ, ਤਬਲੇ ਦਾ ਹੱਥ ਹੀ ਇਹੋ ਜਿਹਾ ਸੀ। ਸੰਤ ਬੰਸਰੀ ਵਜਾਉਂਦੇ ਸੀ, ਭਗਵਾਨ ਕ੍ਰਿਸ਼ਨ ਦੇ ਉਪਾਸ਼ਕ ਸਨ, ਭਗਵਾਨ ਕ੍ਰਿਸ਼ਨ ਦੇ ਭਗਤ ਸੀ।
ਜੋਤਸ਼ੀ ਬਹੁਤ ਵੱਡੇ ਸੀ, ਬਹੁਤ ਵਿਦਵਾਨ ਸੀ, ਵੇਦ ਪੜ੍ਹੇ ਹੋਏ ਸੀ, ਜੋਤਿਸ਼ ਦੇ ਮਾਹਰ ਸਨ। ਉਹਨਾਂ ਨੇ ਜਦੋਂ ਕੇਰ ਸਿੰਘ ਦਾ ਹੱਥ ਵੇਖਿਆ, ਮਸਤਕ ਵੇਖਿਆ, ਤੇ ਉਹਨਾਂ ਦਾ ਮਨ ਡੋਲ ਗਿਆ ਵੀ ਇੰਨਾ ਗੁਣੀ, ਇੰਨਾ ਹੁਸ਼ਿਆਰ ਬੱਚਾ, ਇਹਦੀ ਤਾਂ ਉਮਰ ਹੀ ਨਹੀਂ ਹੈਗੀ 6 ਮਹੀਨੇ ਬਾਕੀ। ਜਦੋਂ ਸਾਰੀ ਗੱਲ ਦੱਸੀ ਤੇ ਕੇਰ ਸਿੰਘ ਵੀ ਉਦਾਸ ਹੋ ਗਿਆ, ਕਿਉਂਕਿ ਪਤਾ ਸੀ ਕਿ ਇਹ ਜੋ ਗੱਲ ਦੱਸਦੇ ਆ ਸੱਚ ਸੱਚ ਦੱਸਦੇ ਆ। ਇਹਨਾਂ ਨੇ ਇਹ ਵਿੱਦਿਆ ਪੜ੍ਹੀ ਹੋਈ ਹੈ ਤੇ ਵਾਕਈ ਉਮਰ 6 ਮਹੀਨੇ ਆ। ਮਨ ਡੋਲ ਗਿਆ, ਬਾਬਾ ਜੀ ਦੇ ਕੋਲ ਬੇਨਤੀ ਕੀਤੀ। ਬਾਬਾ ਜੀ ਕਹਿੰਦੇ ਅਸੀਂ ਰੱਬ ਦੇ ਸ਼ਰੀਕ ਨਹੀਂ, ਕਿਸੇ ਦੀ ਉਮਰ ਵਧਾਈਏ, ਜੋ ਹੁਕਮ ਨਿਰੰਕਾਰ ਦਾ ਪਾਣਾ ਉਹੀ ਰਹੇਗਾ। ਇਸ ਕੇਰ ਸਿੰਘ ਦੇ ਅੰਦਰ ਬੜੀ ਨਿਮਰਤਾ ਆ ਗਈ, ਬੜੀ ਦੀਨਤਾ ਆ ਗਈ। ਕਹਿੰਦਾ ਬਾਬਾ ਜੀ ਮੈਂ ਸਾਰੀ ਉਮਰ ਗੁਰੂ ਨਾਨਕ ਦੇ ਘਰ ਸੇਵਾ ਕਰਾਂਗਾ, ਮੇਰੀ ਉਮਰ ਵਧਾ ਦਿਓ। ਤੇ ਸਾਰੀ ਉਮਰ, ਰਹਿੰਦੀ ਉਮਰ ਇੱਥੇ ਕੀਰਤਨ ਕਰਾਂਗਾ, ਚਾਹੇ ਮੈਨੂੰ ਝਾੜੂ ਤੇ ਲਾ ਦਿਓ, ਕਿਸੇ ਸੇਵਾ ਤੇ ਲਾ ਦਿਓ, ਉਹੀ ਕਰਾਂਗਾ, ਮੇਰੀ ਉਮਰ ਵਧਾ ਦਿਓ। ਤੇ ਇਹ ਜਿਹੜਾ ਗੁਣ ਕੀ ਮੈਂ ਸਿੱਖਿਆ ਹੈ, ਇਹ ਮੈਂ ਦਾਸ ਬਣ ਕੇ ਸਿਖਾਵਾਂਗਾ, ਹੁਣ ਉਸਤਾਦ ਬਣ ਕੇ ਨਹੀਂ। ਸਭ ਨੂੰ ਇਹ ਵਿੱਦਿਆ ਵੰਡਾਂਗਾ, ਮੇਰੀ ਉਮਰ ਵਧਾ ਦਿਓ। ਜਦੋਂ ਬਾਬਾ ਜੀ ਨੇ ਇਹ ਗੱਲਾਂ ਸੁਣੀਆਂ ਕਿ ਮੇਰੀ ਉਮਰ ਵਧਾ ਦਿਓ, ਮੈਂ ਸਾਰੀ ਉਮਰ ਕੀਰਤਨ ਕਰਾਂਗਾ, ਕੀਰਤਨ ਸਿਖਾਵਾਂਗਾ, ਇਸ ਘਰ 'ਚ ਰਵਾਂਗਾ। ਬਾਬਾ ਜੀ ਕਹਿੰਦੇ ਫਿਰ ਕੇਰ ਸਿੰਘ, ਫਿਰ ਜਮਦੂਤ ਨਹੀਂ ਆ ਸਕਦੇ, ਆਖੋ ਸ੍ਰੀ ਵਾਹਿਗੁਰੂ ਜੀ। ਜਮ ਨਹੀਂ ਆਵੇ ਨੇੜੇ, ਫਿਰ ਨਹੀਂ ਜਮ ਆਉਣਗੇ। ਜਦੋਂ ਗੁਰੂ ਨਾਨਕ ਸਾਹਿਬ ਦੀ ਮੌਜ ਹੋਏਗੀ ਨਾ, ਕੀਰਤਨ ਕਰਦੇ ਨੂੰ ਤੈਨੂੰ ਪਾਉ ਫੜ ਕੇ ਲੈ ਚੱਲਾਂਗੇ, ਆਖੋ ਸ੍ਰੀ ਵਾਹਿਗੁਰੂ ਜੀ। ਕਾਲ ਨਹੀਂ ਵਿਆਪੇਗਾ, ਕਾਲ ਨਾ ਕਬਹੂ ਵਿਆਪੇ। ਜੇ ਇਸ ਭਾਵਨਾ ਨਾਲ ਸੇਵਾ ਕਰੇਗਾ, ਦਾਸ ਬਣ ਕੇ ਕੀਰਤਨ ਕਰੇਗਾ, ਕੀਰਤਨ ਸਿਖਾਵੇਂਗਾ, ਗੁਰੂ ਨਾਨਕ ਦੇ ਘਰ 'ਚ ਦਾਸ ਬਣ ਕੇ ਰਹੇਗਾ, ਤੇ ਦਾਸਾਂ ਨੂੰ ਫਿਰ ਬਖਸ਼ਿਸ਼, ਦਾਸਾਂ ਨੂੰ ਬਖਸ਼ਿਸ਼, ਫਿਰ ਕਾਲ ਜਮ ਕੋਈ ਚੀਜ਼ ਨੇੜੇ ਨਹੀਂ ਆਉਂਦੀ। ਫਿਰ ਸਾਧ ਸੰਗਤ ਜੀ 52 ਸਾਲ ਕੀਰਤਨ ਕੀਤਾ, ਆਖੋ ਸ੍ਰੀ ਵਾਹਿਗੁਰੂ ਜੀ। ਸਮੇਂ ਔਖੇ ਕੱਟਦੇ ਜੀ, ਸੁਰ ਦੇ ਬੇਟਾ। ਸਮੇਂ ਔਖੇ ਕੱਟਦੀ ਜੀ, ਗੁਰਾਂ ਦੀ ਬਾਣੀ, ਗੁਰਾਂ ਦੀ ਬਾਣੀ। ਸਮੇਂ ਔਖੇ ਕੱਟਦੀ ਜੀ, ਗੁਰਾਂ ਦੀ ਬਾਣੀ, ਗੁਰਾਂ ਦੀ ਬਾਣੀ। ਸਮੇਂ ਔਖੇ ਕੱਟਦੀ ਜੀ, ਗੁਰਾਂ ਦੀ ਬਾਣੀ, ਗੁਰਾਂ ਦੀ ਬਾਣੀ। ਸਮੇਂ ਔਖੇ ਕੱਟਦੀ ਜੀ, ਗੁਰਾਂ ਦੀ ਬਾਣੀ, ਗੁਰਾਂ ਦੀ ਬਾਣੀ। ਸਮੇਂ ਔਖੇ ਕੱਟਦੀ ਜੀ, ਗੁਰਾਂ ਦੀ ਬਾਣੀ, ਗੁਰਾਂ ਦੀ ਬਾਣੀ। ਸਮੇਂ ਔਖੇ ਕੱਟਦੀ ਜੀ, ਗੁਰਾਂ ਦੀ ਬਾਣੀ, ਗੁਰਾਂ ਦੀ ਬਾਣੀ। ਸਮੇਂ ਔਖੇ ਕੱਟਦੀ ਜੀ, ਗੁਰਾਂ ਦੀ ਬਾਣੀ, ਗੁਰਾਂ ਦੀ ਬਾਣੀ। ਸਮੇਂ ਔਖੇ ਕੱਟਦੀ ਜੀ, ਗੁਰਾਂ ਦੀ ਬਾਣੀ, ਗੁਰਾਂ ਦੀ ਬਾਣੀ। ਸਮੇਂ ਔਖੇ ਕੱਟਦੀ ਜੀ, ਗੁਰਾਂ ਦੀ ਬਾਣੀ, ਗੁਰਾਂ ਦੀ ਬਾਣੀ। ਸਮੇਂ ਔਖੇ ਕੱਟਦੀ ਜੀ, ਗੁਰਾਂ ਦੀ ਬਾਣੀ, ਗੁਰਾਂ ਦੀ ਬਾਣੀ। ਪਰਮੇਸ਼ਰ ਦਿੱਤਾ ਬੰਨਾ, ਦੁਖ ਰੋਗ ਕਾ ਡੇਰਾ ਭੰਨਾ। ਅਨੰਦ ਕਰੇ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ।
संतो सुख होवा सब थाई पार ब्रह्म पूरन परमेश्वर रब रहा जब नहीं जाई तुर की बाणी आई तेन सगली चिंत मिटाई समय औखे कटरी गुलाबी बानी गुलाबी बानी समय औखे कटरी गुलाबी बानी गुलाबी बोले बानी समय औखे कट दीजी गुरादी बानी गुरादी बानी समय औखी कट दीजी गुरादी बानी गुरादी बानी ओ पार ब्रह्म हुआ सहाई कथा कीर्तन सोहदाई गुरपुरे की वाणी जब आनंद करो नित प्राणी समय औखे कटरी गुलाबी बानी गुलाबी बानी समय औखे कटरी गुलाबी बानी गुलाबी बानी कट दीजी गुरादी बानी गुरादी बानी समय औखी कट दीजी गुरादी बानी गुरादी विच करता पुरख खलोआ बालना विंगा होवा मजन गुरे आंदा रसे जप हर हर किल बिखना से गुरबाणी गावे भाई गुरबाणी गावे भाई ओ सफल सदा सोहदाई ओ सफल सदा सोहदाई समय औखे कटरी गुलाबी बानी गुलाबी बानी समय औखे कटरी गुलाबी बानी गुलाबी बानी औखे गुरादी बाणी गुरादी बाणी समय औखी गुरादी बानी औखी घड़ी ना देखण देई अपना बिरद संभाले हाथ दे राखे अपने अपने को सास सास प्रत पाले जे तू रब सच्चे वल जावे सत संगत फेरा पावे ओ जेड़ी मजल सुनी दी औखी ओ लंघ जावेगा सौखी गुरां दी माणी गुरां दी माणी समय औखे कटरी गुलाबी बानी गुलाबी बानी समय औखे कटरी गुलाबी बानी गुलाबी बानी कट दीजी गुरादी बानी समय औखी कट दीजी गुरादी बानी गुरादी गुर की बानी
ਜਪੀਏ ਹਰ ਬਿੰਦ ਸਮੇ ਔਖੇ ਕੱਟਦੀ ਜੀ ਗੁਰਾਂ ਦੀ ਬਾਣੀ ਗੁਰਾਂ ਦੀ ਬਾਣੀ ਸਮੇ ਔਖੇ ਕੱਟਦੀ ਜੀ ਗੁਰਾਂ ਦੀ ਬਾਣੀ ਗੁਰਾਂ ਦੀ ਬਾਣੀ ਉਹ ਮਰ ਜਾਵੇਗੀ ਉਹ ਮੱਛੀ ਪਾਣੀ ਤੋਂ ਬਿਨਾ ਮਰ ਜਾਵੇਗਾ ਉਹ ਸਿੱਖ ਬਾਣੀ ਤੋਂ ਬਿਨਾ ਮਰ ਜਾਵੇਗੀ ਉਹ ਮੱਛੀ ਪਾਣੀ ਤੋਂ ਬਿਨਾ ਮਰ ਜਾਏਗਾ ਸਿੱਖ ਬਾਣੀ ਤੋਂ ਬਿਨਾ ਮਰ ਜਾਵੇਗੀ ਮੱਛੀ ਪਾਣੀ ਤੋਂ ਬਿਨਾ ਮਰ ਜਾਵੇਗਾ ਸਿੱਖ ਗੁਰਬਾਣੀ ਤੋਂ ਬਿਨਾ ਮਰ ਜਾਵੇਗੀ ਮੱਛੀ ਪਾਣੀ ਤੋਂ ਬਿਨਾ ਮਰ ਜਾਵੇਗਾ ਸਿੱਖ ਬਾਣੀ ਤੋਂ ਬਿਨਾ ਮਰ ਜਾਵੇਗੀ ਮੱਛੀ ਪਾਣੀ ਤੋਂ ਬਿਨਾ ਮਰ ਜਾਵੇਗਾ ਸਿੱਖ ਬਾਣੀ ਤੋਂ ਬਿਨਾ ਸਿੱਖ ਪੂਜਨ ਸਭ ਆਵੇ ਸਭ ਗਾਵੇ ਹਰ ਹਰ ਉਤਮ ਬਾਣੀ ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੇ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਣੀ ਪ੍ਰਭ ਬਾਣੀ ਸ਼ਬਦ ਸੋ ਪਾਖਿਆ ਗਾਵੋ ਸੁਣੋ ਪੜੋ ਨਿਤ ਪਾਈ ਗੁਰ ਪੂਰੇ ਤੂੰ ਰਾਖਿਆ ਗਾਵੀਏ ਸੁਣੀਏ ਮਨ ਰੱਖੀਏ ਪਾਓ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰੂ ਸਾਹਿਬ ਮਿਹਰ ਕਰਨ ਕਿਰਪਾ ਕਰਨ ਲਾਜ ਰੱਖਣ ਸਾਡੀ ਆਪਣੀ ਸੇਵਾ ਚ ਲਾਈ ਰੱਖਣ ਬਾਬਾ ਜੀ ਨੇ ਕਿਹਾ ਸੀ ਜਿੰਨੀ ਦੇਰ ਸੇਵਾ ਕਰੇਗਾ ਕੀਰਤਨ ਕਰੇਗਾ ਦੁੱਖ ਤਕਲੀਫਾਂ ਕਾਲ ਨਹੀਂ ਵਿਆਪੇਗਾ ਗੁਰੂ ਸਾਹਿਬ ਆਪੇ ਹੀ ਕਿਰਪਾ ਕਰਨਗੇ ਜਦੋਂ ਸਮਾਂ ਬਣਿਆ ਤੈਨੂੰ ਇਵੇਂ ਹੀ ਲੈ ਜਾਾਂਗੇ ਕੀਰਤਨ ਕਰਦੇ ਨੂੰ ਤੇ 52 ਸਾਲ ਉਹਨਾਂ ਨੇ ਕੀਰਤਨ ਕੀਤਾ ਕੋਈ ਦਿਨ ਪਹਿਲੋਂ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਕੋਲ ਆਏ ਆਪਣੇ ਆਸਨ ਤੇ ਰਹਿੰਦੇ ਸੀ ਬਾਬਾ ਜੀ ਉਹਨਾਂ ਦਾ ਬਾਬਾ ਜੀ ਦੇ ਉਸਤਾਦ ਸੀ ਸਤਿਕਾਰ ਕਰਦੇ ਸੀ ਬਾਹਰ ਬੈਠ ਗਏ ਆਣ ਕੇ ਸੇਵਕ ਨੇ ਦੱਸਿਆ ਸੇਵਾਦਾਰ ਨੇ ਜੀ ਉਸਤਾਦ ਜੀ ਆਏ ਆ ਬਾਬਾ ਜੀ ਆਪ ਬਾਹਰ ਚੱਲ ਕੇ ਆਏ ਉਸਤਾਦ ਜੀ ਦੱਸੋ ਸੇਵਾ ਦੱਸੋ ਅੱਗੇ ਆਉਂਦੇ ਸੀ ਕੋਈ ਬਦਾਮ ਰੋਗਣ ਲੈ ਜਾਣਾ ਬਦਾਮ ਲੈ ਜਾਣੇ ਜਾਂ ਕੋਈ ਹੋਰ ਸਾਬਣ ਤੇਲ ਜਾਂ ਕੋਈ ਬਸਤਰ ਜਾਂ ਕੋਈ ਚੀਜ਼ ਲੈ ਕੇ ਜਾਣੀ ਬਾਬਾ ਜੀ ਤੋਂ ਮਹਾਂਪੁਰਖਾਂ ਸਾਧੂਆਂ ਫਕੀਰਾਂ ਵਰਗਾ ਜੀਵਨ ਸੀ ਬਾਬਾ ਜੀ ਕਹਿੰਦੇ ਅੱਜ ਮੈਂ ਕੁਝ ਮੰਗਣ ਆਇਆ ਬਾਬਾ ਜੀ ਕਹਿੰਦੀ ਦੱਸੋ ਕਿਹੜੀ ਸੇਵਾ ਬਦਾਮ ਰੋਗਣ ਬਹੁਤ ਵਧੀਆ ਆਇਆ ਬਾਹਰੋਂ ਉਹ ਲਿਆ ਕੇ ਦਈਏ ਕਹਿੰਦੇ ਨਹੀਂ ਜੀ ਅੱਜ ਨਾ ਬਦਾਮ ਰੋਗਣ ਨਾ ਕੋਈ ਬਸਤਰ ਨਾ ਕੋਈ ਹੋਰ ਚੀਜ਼ ਅੱਜ ਮੈਂ ਮੰਗਣ ਆਇਆ ਬਾਬਾ ਜੀ ਕਹਿੰਦੇ ਹੁਕਮ ਕਰੋ ਉਸਤਾਦ ਜੀ ਬਚਨ ਦਿਓ ਵੀ ਦਿਓਗੇ ਜੇ ਮੈਂ ਮੰਗਾਂਗਾ ਬਾਬਾ ਜੀ ਕਹਿੰਦੇ ਉਸਤਾਦ ਜੀ ਸਭ ਕੁਝ ਹਾਜ਼ਰ ਹੈ ਤੁਹਾਡੇ ਅੱਗੇ ਜੋ ਤੁਸੀਂ ਕਹੋਗੇ ਉਹੀ ਦਿਆਂਗੇ ਕਹਿੰਦੇ ਜੀ ਫਿਰ ਅੱਜ ਕਿਰਪਾ ਕਰੋ ਤੁਸੀਂ ਬਾਬਾ ਆਨੰਦ ਸਿੰਘ ਬਾਬਾ ਈਸ਼ਰ ਸਿੰਘ ਵਾਲੀ ਗੁਰੂ ਸਾਹਿਬ ਦੀ ਸੇਵਾ ਨਿਭਾ ਰਹੇ ਜੀ ਉਹਨਾਂ ਦਾ ਹੀ ਸਰੂਪ ਜੇ ਤੁਸੀਂ ਵੱਡੇ ਜੀ ਅੱਜ ਮੇਰੇ ਤੇ ਕਿਰਪਾ ਕਰੋ ਚੋਲਾ ਪੁਰਾਣਾ ਹੋ ਗਿਆ ਸਰੀਰ ਪੁਰਾਣਾ ਹੋ ਗਿਆ ਹੁਣ ਥੋੜੇ ਦਿਨਾਂ ਦਾ ਹੀ ਪ੍ਰਾਹੁਣਾ ਹੈ ਤੇ ਅੱਜ ਮੈਂ ਤੁਹਾਡੇ ਤੋਂ ਮੰਗਣ ਆਇਆ ਕਿ ਮੇਰੇ ਕੀਰਤਨ ਕਰਦੇ ਦੇ ਸਵਾਸ ਨਿਕਲਣਾ ਆਖੋ ਸੀ ਕੀਰਤਨ ਨਾਮ ਸਿਮਰਤ ਰਹੂੰ ਜਬ ਲਗ ਘਟ ਸਾਸ चितवनी किए मन मह चितवो चितवनी उदम करहो उठ नीत हर कीर्तन का हरो हर दिहो नानक के मीत मैनू बख्शिश करो
ਬਾਬਾ ਜੀ ਨੇ ਚਰਨ ਫੜ ਲਏ ਉਸਤਾਦ ਜੀ ਦੇ। ਕਹਿੰਦੇ ਬਾਬਾ ਜੀ ਕਹਿਣ ਲੱਗੇ ਤਾਂ ਤੁਹਾਨੂੰ ਬਾਬਾ ਜੀ ਨੇ ਵਰ ਦਿੱਤੇ ਹੋਏ ਨੇ, ਇਹ ਤਾਂ ਤੁਹਾਨੂੰ ਵਰ ਦਿੱਤੇ ਆ ਕਿ ਜਦੋਂ ਚਾਹਾਂਗੇ ਕੀਰਤਨ ਕਰਦੇ ਨੂੰ ਲੈ ਜਾਾਂਗੇ ਫੜ ਕੇ। ਮੇਰੇ ਤੇ ਕਿਰਪਾ ਕਰੋ, ਤੁਸੀਂ ਗੁਰੂ ਕੇ ਹਜ਼ੂਰੀਏ ਕੀਰਤਨੀਏ ਜੇ, ਕੀਰਤਨ ਦੀ ਦਾਤ ਸਭ ਤੋਂ ਵੱਡੀ ਏ। ਮੇਰੇ ਗਰੀਬ ਤੇ ਕਿਰਪਾ ਕਰੋ ਕਿ ਮੇਰੇ ਹੁਕਮਨਾਮੇ ਲੈਂਦਿਆਂ ਪ੍ਰਾਣ ਨਿਕਲਣਾ। ਆਖੋ ਸੀ ਮੇਰੀ ਵੀ ਗੁਰੂ ਸਾਹਿਬ ਦੀ ਸੇਵਾ 'ਚ ਨਿਭ ਜਾਏ, ਇਹ ਮੇਰੇ ਤੇ ਕਿਰਪਾ ਕਰੋ। ਬਾਬਾ ਜੀ ਨੇ ਚਰਨ ਫੜੇ ਉਸਤਾਦ ਜੀ ਦੇ ਤੇ ਹੋਇਆ ਇਸੇ ਤਰ੍ਹਾਂ। ਕੋਈ ਗੁਰਮੁਖਾਂ ਕੋਲ ਰਿਕਾਰਡਿੰਗ ਵੀ ਹੈਗੀ ਸੀ ਉਸ ਸਮੇਂ ਕਿ ਬਾਬਾ ਜੀ ਹੁਕਮਨਾਮਾ ਹੀ ਲੈਂਦੇ ਹੋਏ ਹੈਗੇ ਤਾਂ ਹਸਪਤਾਲ ਵਿੱਚ ਸੀ ਤੇ ਹੁਕਮਨਾਮਾ ਹੀ ਲੈ ਰਹੇ ਸੀ, ਨਾਲੇ ਐਨਕਾਂ ਲਾ ਕੇ ਲੈਂਦੇ ਸੀ। ਐਨਕਾਂ ਲਾ ਲਈਆਂ, ਬੈਠੇ ਹਸਪਤਾਲ 'ਚ ਸਾਰੀਆਂ ਲੱਗੀਆਂ ਹੋਈਆਂ ਨੇ, ਪੈਪਾਂ ਵਗੈਰੀਆਂ ਸਰੀਰ ਨੂੰ ਸਾਰੀਆਂ ਲੱਗੀਆਂ ਨੇ, ਖੂਨ ਵਾਲੀਆਂ, ਆਕਸੀਜਨ ਵਾਲੀਆਂ, ਹੋਰ ਜੋ ਹੁੰਦੀਆਂ, ਨਾਲ ਹੁਕਮਨਾਮਾ ਲੈ ਰਹੇ ਨੇ ਤੇ ਨਾਲ ਮੁਖ ਤੇ ਪੱਲਾ ਕਰਕੇ ਬੈਠੇ ਨੇ। ਬੈਠੇ ਹਸਪਤਾਲ 'ਚ ਨੇ, ਬੈਠੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਉਵੇਂ ਸਤਿਕਾਰ ਨਾਲ ਤੇ ਹੁਕਮਨਾਮਾ ਲੈਂਦਿਆਂ ਹੋਏ ਬਾਬਾ ਜੀ ਅੰਤਮ ਸਮੇਂ ਦਰਗਾਹ ਨੂੰ ਗਏ। ਇਹ ਹੈ ਜਿਨ੍ਹਾਂ ਤੇ ਗੁਰੂ ਸਾਹਿਬ ਕਿਰਪਾ ਕਰਨ, ਉਹ ਤਾਂ ਮਿਲੇ ਹੋਏ ਨੇ, ਉਹਨਾਂ ਦਾ ਕੋਈ ਅੰਤਰ ਨਹੀਂ। ਇਹ ਸਾਡੇ ਵਾਸਤੇ ਗੁਰੂ ਪੂਰਨੇ ਪਾਉਂਦੀ, ਉਹ ਤਾਂ ਜਨਮ ਸਦਾ ਹੀ ਮਿਲੇ ਹੋਏ ਨੇ, ਆਪ ਮਾਲਕ ਨੇ, ਪਰ ਸਾਡੇ ਲਈ ਪੂਰਨੇ ਪਾਉਂਦੇ ਆ ਕਿ ਤੁਸੀਂ ਇਸ ਮਾਰਗ ਤੇ ਚੱਲ ਕੇ ਆਪਣੀਆਂ ਸੇਵਾ ਗੁਰੂ ਦੇ ਚਰਨਾਂ 'ਚ ਨਿਭਾਓ। ਹੁਣ ਹਜ ਲਾ ਕੇ ਹੁਕਮਨਾਮਾ ਹੈ ਤੇ ਸੰਗਤਾਂ ਸੁਖਮਨੀ ਦਾ ਪਾਠ ਕਰਨਗੀਆਂ। ਜਿੰਨਾ ਜਾਣਾ ਹੈ ਉਹ ਪ੍ਰਸ਼ਾਦ ਕਿੰਕਾ ਵਰਤੇਗਾ ਸਾਰਿਆਂ ਵਿੱਚ ਤੇ ਸੰਗਤਾਂ ਜਾ ਸਕਦੀਆਂ ਆਗਿਆ ਲੈ ਕੇ। ਬਾਕੀ ਸੰਗਤ ਸੁਖਮਨੀ ਸਾਹਿਬ ਦੇ ਪਾਠ ਕਰਕੇ, ਪਾਠੀ ਸਿੰਘ ਵੀ ਫਿਰ ਬਸਤਰ ਸਰੋਪੇ ਪ੍ਰਸ਼ਾਦ ਲੈ ਕੇ ਘਰਾਂ ਨੂੰ ਜਾਣਾ ਹੈ। ਸਾਰਿਆਂ ਨੂੰ ਜੀ ਆਇਆਂ। ਹਜ ਸਿਗਾਏ ਹਰ ਜਸ ਗਾਇਓ ਸੰਤ ਜਨਾ ਮਿਲ, ਹਰ ਜਸ ਗਾਇਓ ਸੰਤ ਜਨਾ ਮਿਲ। ਕੋਟ ਜਨਮ ਕੇ ਦੁਖ ਗਵਾਇਓ, ਜੋ ਚਾਹਤ ਸੋਈ ਮਨ ਪਾਇਓ, ਹਰ ਕਿਰਪਾ ਹਰ ਨਾਮ ਦਿਵਾਇਓ, ਸਰਬ ਸੁਖ ਹਰ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਮਤ ਪਾਈ। ਹਰ ਜਸ ਗਾਇਓ ਸੰਤ ਜਨਾ ਮਿਲ, ਹਰ ਜਸ ਗਾਇਓ ਸੰਤ ਜਨਾ ਮਿਲ। ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ, ਦਿਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਚ ਤਰ ਮਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ ਮਸਕਤ ਪਾਇਆ, ਨਾਨਕ ਦੇ ਨੂਰ ਦੇ ਇੱਕ ਛੁੱਟੀ ਨਾਲ। ਜਿਨੀ ਨਾਮ ਤੇ ਆਇਆ ਗਏ ਮਸਕਤ ਪਾਇਆ, ਨਾਨਕ ਦੇ ਨੂਰ ਦੇ ਇੱਕ ਛੁੱਟੀ ਨਾਲ, ਇੱਕ ਛੁੱਟੀ ਨਾਲ।